ਅੱਜ ਅਸੀਂ ਪਹੁੰਚੇ ਹਾਂ ਸੁਨਾਮ ਤੇ ਸ਼ਹੀਦ ਊਧਮ ਸਿੰਘ ਦਾ ਪਿੰਡ, ਉਹਦਾ ਨਗਰ ਖੇੜਾ, ਜਿਨ੍ਹਾਂ ਨੇ ਜਨਰਲ ਡਵਾਇਰ ਦਾ ਖਾਤਮਾ ਕੀਤਾ ਸੀ। ਜਲਿਆਂਵਾਲੇ ਬਾਗ ਦਾ ਉਹਨਾਂ ਨੇ ਬਦਲਾ ਲਿਆ ਸੀ। ਪਰ ਕੁਝ ਗੱਲਾਂ ਮੈਨੂੰ ਰੜਕ ਰਹੀਆਂ ਨੇ, ਕੁਝ ਚੀਜ਼ਾਂ ਮੈਨੂੰ ਬੜੀ ਅਚਨਚੇਤੀ ਪਾ ਰਹੀਆਂ ਨੇ ਕਿ ਉਸ ਜਿਹੜਾ ਸ਼ਹੀਦ ਦਾ ਜਿਹੜਾ ਪਰਿਵਾਰ ਸੀ, ਉਹ ਅੱਜ ਵੀ ਉਹਦੇ ਪੁੱਤ ਪੋਤਰੇ ਜਿਹੜੇ ਹੈਗੇ ਨੇ ਪੋਤਰੇ, ਉਹ ਅੱਜ ਵੀ ਕਹਿੰਦੇ ਨੇ ਵੀ ਸੜਕਾਂ 'ਤੇ ਦਿਹਾੜੀ ਕਰਨ ਲਈ ਮਜਬੂਰ ਨੇ। ਸੋ ਅੱਜ ਉਹਨਾਂ ਨਾਲ ਗੱਲਾਂ ਕਰਦੇ ਹਾਂ। ਤੇ NIR ਭਰਾ ਜੋ ਕਬੱਡੀ ਦੇ ਵੀਰੇ ਨੇ, ਜਿਨ੍ਹਾਂ ਨੇ ਪਲੇਅਰਾਂ ਨੂੰ ਇੰਨੀਆਂ ਕਾਰਾਂ ਦੇ ਦਿੰਦੇ ਨੇ, ਮੇਰੀ ਸਭ ਅੱਗੇ ਬੇਨਤੀ ਹੈ ਕਿ ਯਾਰ ਤੁਸੀਂ ਕੁਛ ਨਾ ਕੁਛ ਸਾਡੇ ਇਹਨਾਂ ਸ਼ਹੀਦਾਂ ਵਾਸਤੇ ਵੀ ਕਰੋ, ਉਹਨਾਂ ਦੇ ਪਰਿਵਾਰਾਂ ਵਾਸਤੇ ਵੀ ਕਰੋ, ਕਿਉਂਕਿ ਸਾਰੀ ਜ਼ਿੰਦਗੀ ਜਿਹੜੀ ਹੁੰਦੀ ਹੈ ਇੱਕ ਸ਼ਹੀਦ ਦੀ, ਉਹ ਆਪਦੇ ਦੇਸ਼ ਦੇ ਕੌਮ ਦੇ ਲੇਖੇ ਲੱਗ ਜਾਂਦੀ ਤੇ ਉਹ ਆਪਣੇ ਪਰਿਵਾਰਾਂ ਵਾਸਤੇ ਕੁਝ ਕਰ ਨਹੀਂ ਪਾਉਂਦੇ। ਤੇ ਸੋ ਹੁਣ ਸਾਨੂੰ ਕਰਨਾ ਚਾਹੀਦਾ। ਤੇ ਆਓ ਆਪਾਂ ਮਿਲਦੇ ਹਾਂ ਜਾ ਕੇ ਉਹਨਾਂ ਦੇ ਪਰਿਵਾਰ ਨੂੰ। ਤੇ ਅੱਜ ਅਸੀਂ ਉਸ ਥਾਂ ਤੇ ਪਹੁੰਚ ਚੁੱਕੇ ਹਾਂ, ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵੱਲ। ਤੇ ਸਾਡੇ ਨਾਲ ਜੀ ਉਹਨਾਂ ਦੇ ਪੋਤਰਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰ ਆਪਾਂ ਦੇਖਦੇ ਹਾਂ ਘਰ ਉਹ ਜਗ੍ਹਾ ਜਿੱਥੇ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਸਥਾਨ ਹੋਇਆ, ਜਨਮ ਹੋਇਆ ਉਹਨਾਂ ਦਾ। ਸਤਿ ਸ਼੍ਰੀ ਅਕਾਲ ਜੀ। ਬੈਠੋ ਜੀ ਤੁਸੀਂ। ਤੇ ਅੰਕਲ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਜੀਤ ਸਿੰਘ ਹੈ ਜੀ। ਓਕੇ ਜੀ। ਤੇ ਜਦੋਂ ਤੁਹਾਨੂੰ ਪਤਾ ਲੱਗਦਾ, ਜਦੋਂ ਲੋਕੀ ਤੁਹਾਨੂੰ ਕਹਿੰਦੇ ਨੇ ਕਿ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਦੇ ਵਿੱਚੋਂ ਨੇ ਇੱਕ, ਤੇ ਤੁਹਾਨੂੰ ਫਿਰ ਉਹ ਕਿਵੇਂ ਲੱਗਦਾ? ਮਤਲਬ ਵੀ ਉਦੋਂ ਵੀ ਕੀ ਮਹਿਸੂਸ ਹੁੰਦਾ ਤੁਹਾਡਾ? ਮਤਲਬ ਵੀ ਤੁਹਾਡੀ ਉਹ ਤੁਹਾਡੀਆਂ ਰਗਾਂ ਦੇ ਵਿੱਚ ਉਹ ਖੂਨ ਆ? ਮਹਿਸੂਸ ਤਾਂ ਜੀ ਦੁੱਖ ਬਹੁਤ ਆਉਂਦਾ, ਜਿਹੜੇ ਸ਼ਹੀਦ ਹੋ ਗਏ ਉਹ ਸਾਨੂੰ ਤਾਂ ਬਹੁਤ ਦੁੱਖ ਆਉਂਦਾ। ਜਿੱਦਾਂ ਸ਼ਹੀਦ ਹੋਇਆ ਇਹ, ਜਦ ਉਸ ਸੰਸਕਾਰ ਕਰਿਆ ਆਪਣੇ ਸਟੇਡੀਅਮ ਦੇ ਵਿੱਚ, ਉੱਥੇ ਮਤਲਬ ਚੰਨਣ ਦੀ ਲੱਕੜੀ ਨਾਲ ਸੰਸਕਾਰਿਆ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਜਦ, ਚੰਨਣ ਦੀ ਲੱਕੜੀ ਨਾਲ ਮਤਲਬ ਇਹ ਜਦ ਮੇਰੀ ਦਾਦੀ ਹੈਗੀ ਸੀ ਜੀ, ਜਦ ਸੰਸਕਾਰ ਕਰਿਆ। ਉਸ ਤੋਂ ਬਾਅਦ ਫਿਰ ਅਸੀਂ ਫੁੱਲ ਵੀ ਚੁੱਕੇ ਹਾਂ ਜੀ, ਮਤਲਬ ਊਧਮ ਸਿੰਘ ਕੇ ਫੁੱਲ ਵੀ ਮੈਨੇ ਆਪ ਚੁੱਕੇ ਹਾਂ ਜੀ। ਗਾਗਰਾਂ ਦੇ 5 ਜਿਹੜਾ ਗਾਗਰਾਂ ਨਹੀਂ ਹੁੰਦੀਆਂ ਚਿੱਟੀਆਂ ਜਿਹਨਾਂ ਨੂੰ ਕਹਿੰਦੇ ਨੇ ਗਾਗਰਾਂ, ਉਹ ਫੁੱਲ ਮੈਨੇ ਆਪ 7 ਗਾਗਰਾਂ ਸੀ, 7 ਤੱਕ ਮੈਨੇ ਥੋੜ੍ਹੇ ਫੁੱਲ ਸਾਰੀਆਂ 'ਚ ਪਾਤੇ। ਉਸ ਤੋਂ ਬਾਅਦ ਫਿਰ ਕੋਈ ਕੀਰਤਪੁਰ ਨੂੰ ਚਲੇ ਗਿਆ, ਫਿਰ ਕੀਰਤਪੁਰ ਫੁੱਲ ਪਾਉਣ ਵਗ ਗਏ ਜੀ, ਫੁੱਲ ਪਾ ਕੇ ਆਏ ਕੀਰਤਪੁਰ। ਕੋਈ ਹਰਿਦੁਆਰ ਨੂੰ ਵਗ ਗਏ, ਜਿਹੜੀਆਂ ਉਹ ਗਾਗਰਾਂ ਸੀ। ਇੱਕ ਗਾਗਰ ਆਪਣੇ ਉਰੇ ਰਹਿ ਗਈ ਕਾਲਜ 'ਚ, ਭਾਈ ਮੁੰਡੇ ਦੇ ਕਾਲਜ ਆ ਹੈ ਜੀ। ਬਾਕੀ ਮੇਰੀ ਦਾਦੀ ਤੁਹਾਨੂੰ ਪਤਾ ਫਿਰ ਚੱਲ ਗਈ ਸੀ ਜੀ। ਉਸ ਤੋਂ ਬਾਅਦ ਅੱਛਾ, ਜਦੋਂ ਦਾਦੀ ਨੇ ਤੁਹਾਨੂੰ ਕੋਈ ਗੱਲਾਂ ਦੱਸੀਆਂ ਹੋਣੀਆਂ? ਗੱਲਾਂ ਉਹਨੂੰ ਕਿਹਾ ਕਰਦੀ, ਕਹਿੰਦੀ ਵੀ ਰਾਤ ਨੂੰ 10-11 ਵਜੇ ਆਉਂਦਾ ਜੀ ਉਹ, ਇੱਧਰਲੇ ਪਾਸੇ ਇੱਧਰ ਮਹੱਲਾ ਇੱਧਰ ਆ ਕਰਦਾ ਜੀ। ਜਿਹਨਾਂ ਨੂੰ ਵੀ ਪਤਾ ਊਧਮ ਸਿੰਘ ਇੱਧਰਲੇ ਮਹੱਲੇ 'ਚ ਆਇਆ ਕਰਦਾ ਸੀ। ਉੱਥੇ ਜਦ ਮੇਰੀ ਦਾਦੀ ਉੱਥੇ ਰਹਿੰਦੀ ਸੀ ਜੀ। ਹੁਣ ਤਾਂ ਮਕਾਨ ਖਤਮ ਹੋ ਗਏ ਜੀ, ਮਤਲਬ ਢਾਹ ਢੂਹ ਕਿਸੇ ਨੇ ਹੋਰ ਨੇ ਬਣਾ ਲਿਆ। ਉਹ ਰਾਤ ਨੂੰ 10-11 ਵਜੇ ਆਇਆ ਕਰਦਾ ਸੀ ਜੀ। ਉਹ ਕਿਹਾ ਕਰਦੀ ਵੀ ਤੂੰ ਵੀਰੀ ਸਰਬੱਤ ਨਾ ਆਇਆ ਕਰ। ਕਹਿੰਦਾ ਉਹ ਭੋਲੀ ਬੀਬੀ ਕੁਛ ਨਹੀਂ ਹੁੰਦਾ ਹੈ, ਮੈਨੂੰ ਕੌਣ ਮਾਰਨ ਵਾਲਾ ਜੰਮਿਆ। ਨੋਟ ਬਣਾਉਣੀ ਕਹਿੰਦੀ ਮਸ਼ੀਨ ਹੁੰਦੀ ਸੀ उसके पास। ਅੱਛਾ ਜੀ। ਹਾਂਜੀ, ਨੋਟ ਬਣਾਉਣੀ ਮਸ਼ੀਨ ਪਾਸ ਹੁੰਦੀ ਸੀ। ਨੋਟ ਬਣਾ ਲੈਂਦੇ ਸੀ ਆਪ ਤਾਂ ਮਾਲਕ था जी, ਉਹ ਆਪ ਹੀ ਬਣਾਇਆ ਕਰਦਾ ਨੋਟ। ਅੱਛਾ ਜੀ। ਹਾਂਜੀ, ਆਪ ਹੀ ਮਾਲਕ था जी, सब पैसे का सरकारी बंदा था, ਉਹ ਕਿਹੜਾ ਵੀ ਛੋਟਾ ਮੋਟਾ ਬੰਦਾ ਸੀ। ਅੱਛਾ, ਸਰਕਾਰੀ ਜੌਬ ਕਰਦੇ ਸੀ ਉਹ? ਹਾਂਜੀ ਹਾਂ, ਸਰਕਾਰ ਨਾਲ ਮਿਲਿਆ ਸੀ। ਔਰ ਕਿਤਾਬ ਰੱਖਦਾ था ਨਾਲ, ਜਦ ਉਸਨੇ ਮਾਰਿਆ ਜਾ ਕੇ ਡਵਾਇਰ ਉੱਥੇ, ਕਿਤਾਬ 'ਚ ਕੱਟ ਕੇ ਮਾਰਿਆ। ਜਦ ਡਵਾਇਰ ਨੂੰ ਮਾਰਿਆ ਉਸਨੇ ਜਾ ਕੇ ਉੱਥੇ ਮਾਰਿਆ। ਉਹ ਕਿਤਾਬ ਵਿੱਚ ਪਿਸਤੌਲ ਸੀ ਉਹਨਾਂ ਦਾ? ਕਿਤਾਬ ਕੇ ਪਿਸਤੌਲ ਸੀ। ਜਦ ਤੱਕ ਟਾਈਮ ਚੰਗੇ ਸੀ ਜੀ, ਜਦ ਕੋਈ ਇੰਨੀ ਗੌਰ ਨਹੀਂ ਕਰਦੀ ਸੀ ਪੁਲਿਸ ਨੂੰ, ਤਾਂ ਬਹੁਤ ਬੁਰਾ ਹਾਲ ਹੈ ਜੀ। ਬਾਕੀ ਮਗਰੋਂ ਫਿਰ ਤੁਹਾਨੂੰ ਪਤਾ ਹੀ ਹੈ ਜੋ ਕੁਛ ਹੋਣਾ ਤਾਂ ਹੋ ਗਿਆ ਜੀ। ਆ ਮੇਰੀ ਦਾਦੀ ਆ, ਬਸ ਇਹ ਚੱਲ ਗਈ ਸੀ। ਉਹ ਬੈਠੀ ਆਸ ਕੌਰ, ਉਹ ਦੇਖੋ, ਇਹ ਗਿਆਨੀ ਜੈਲ ਸਿੰਘ ਆਪਣੇ ਘਰੇ ਆਇਆ ਤਾ ਜੀ। ਆਪਣੇ ਘਰ ਦੀ ਫੋਟੋ। ਅੱਛਾ ਜੀ। ਉਹ ਸਾਡੇ ਪਿਤਾ ਜੀ ਨੇ, ਉਹ ਮਗਰ ਬੈਠੇ ਜੀ ਜੀ। ਉਹ ਮਗਰ ਦੇ ਪਾਸੇ ਜੀ ਜੀ। ਅੱਛਾ ਜੀ। ਬਾਕੀ ਇਹ ਸਾਰੀ, ਹਾਂਜੀ ਹਾਂਜੀ। ਬਾਕੀ ਇਹ ਥੋੜ੍ਹੀ ਥੋੜ੍ਹੀਆਂ ਗੱਲਾਂ ਮੇਰੇ ਯਾਦ ਆ। ਮੈਂ ਛੋਟੀ ਉਮਰ 'ਚ ਹੁੰਦਾ ਸੀ ਜੀ, ਮੈਂ ਤੁਹਾਨੂੰ ਐਵੇਂ ਕਹਾਂ। ਕੋਈ ਗੱਲਾਂ ਸੁਣਾਓ ਜੀ ਉਹਨਾਂ ਦੀ ਜ਼ਿੰਦਗੀ ਦੀਆਂ। ਹਾਂਜੀ। ਜ਼ਿੰਦਗੀ ਦਾ ਫਿਰ ਹੁਣ ਮਤਲਬ ਮੇਰੇ ਤਾਂ ਕੁਛ ਇੰਨਾ ਯਾਦ ਨਹੀਂ ਹੈ, ਮੈਂ ਤੁਹਾਨੂੰ ਐਵੇਂ ਕਹੀ ਜਾਵਾਂ ਕਿਉਂ ਜੀ। ਜਿਹੜੀਆਂ ਗੱਲਾਂ ਮੈंने ਦੱਸੀਆਂ ਉਹਨੂੰ,
ਵੀ ਇੰਨਾ ਪਤਾ ਵੀ ਮੈਨੂੰ ਵੀ ਇੱਧਰ ਆਇਆ ਕਰਦਾ ਉਹ ਗਿਆਨੀ ਜੈਲ ਸਿੰਘ ਨੇ ਸੰਸਕਾਰ ਕਰਿਆ। ਅਸਥੀਆਂ ਲੈ ਕੇ ਆਏ ਸੀ ਇੰਗਲੈਂਡ 'ਚੋਂ, ਉਦੋਂ ਸਿੰਘ ਦੀਆਂ ਅਸਥੀਆਂ ਲੈ ਕੇ ਆਏ ਸੀ। ਅੱਛਾ ਉੱਥੇ ਮਤਲਬ ਬਾਹਰ ਹੀ ਸਜ਼ਾ ਹੋ ਗਈ ਸੀ ਨਾ ਇਹਨਾਂ ਨੂੰ? ਹਾਂਜੀ ਹਾਂਜੀ, ਜਦ ਇਹ ਅੰਦਰ ਹੋ ਗਏ ਸੀ, ਜਦ ਗੋਲੀ ਮਾਰੀ ਉੱਥੇ ਇੰਗਲੈਂਡ ਚਲੇ ਗਏ ਸੀ। ਇੰਗਲੈਂਡ ਤੋਂ ਬਾਅਦ ਫਿਰ ਆਈਆਂ ਫਿਰ ਆ ਕੇ ਆਪਣੇ ਚੱਲਿਆਂ ਦੇ ਬਾਗ ਜਾ ਕੇ ਦੁਬਾਰਾ ਰੱਖਿਆ ਜੀ। ਬਾਬਾ ਜੀ ਤੁਸੀਂ ਤੇ ਇਸ ਸੰਸਥਾ ਨਾਲ ਜੁੜੇ ਹੋ, ਕੋਈ ਉਹਨਾਂ ਦੀਆਂ ਕੋਈ 2-3 ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਜਿਹੜੀਆਂ ਮਤਲਬ ਬੰਦੇ ਲੂ ਕੰਡਾ ਖੜੀ, ਜਿੱਥੋਂ ਲੱਗਦਾ ਵੀ ਯਾਰ ਕਮਾਲ ਹੈ, ਮਤਲਬ ਵੀ ਇਹ ਸਾਡੇ ਜਜ਼ਬੇ, ਸਾਡੀ ਹੈ ਨਾ ਜ਼ਿੰਦਗੀ, ਸਾਡੀ ਕੌਮ, ਸਾਡੀ ਵਿਰਾਸਤ ਜੀ। ਨਹੀਂ, ਇਹ ਪੰਜਾਬ ਸਰਕਾਰ ਕੋਲ ਹੀ ਜਗ੍ਹਾ ਜੀ ਹੁਣ ਜਨਮ ਸਥਾਨ। ਪੰਜਾਬ ਗਵਰਨਮੈਂਟ ਦੀ ਪ੍ਰਾਪਰਟੀ ਹੈ, ਪਰ ਵਿਭਾਗ ਕੋਲ ਹੈ। ਉਰੇ ਉਹਨਾਂ ਦਾ ਜਨਮ ਹੋਇਆ 26 ਦਸੰਬਰ 1899 ਨੂੰ। ਛੋਟੀ ਉਮਰ ਉਹਨਾਂ ਨੇ ਉਰੇ ਜਨਮ ਕੀਤਾ। ਉਸ ਤੋਂ ਬਾਅਦ ਇਹਨਾਂ ਦੇ ਮਾਂ-ਬਾਪ ਦੀ ਡੈਥ ਹੋ ਗਈ ਜਦ ਫਿਰ ਇਹਨਾਂ ਦੇ ਤਾਏ ਨੇ ਯਤੀਮਖਾਨੇ ਅੰਮ੍ਰਿਤਸਰ ਪੜ੍ਹੇ। ਅੰਮ੍ਰਿਤਸਰ 10ਵੀਂ ਤੱਕ ਦੀ ਪੜ੍ਹਾਈ ਇਹਨਾਂ ਦੇ ਅੰਮ੍ਰਿਤਸਰ ਯਤੀਮਖਾਨੇ ਕਰੀ ਹੈ। ਯਤੀਮਖਾਨੇ ਦੀ ਇਹਨਾਂ ਦੀ ਪਾਣੀ ਪਿਲਾਉਣ ਦੀ ਸੇਵਾ ਲੱਗੀ ਸੀ। ਜਲਿਆਂਵਾਲੇ ਬਾਗ ਜਦੋਂ ਕਾਂਡ ਹੋਇਆ, ਉਹ ਕਾਂਡ ਇਹਨਾਂ ਨੇ ਅੱਖੀਂ ਦੇਖਿਆ। ਉੱਥੇ ਤੇ ਪਾਣੀ ਪਿਲਾਉਂਦੇ ਸੀ ਉਦੋਂ ਉੱਥੋਂ, ਹਾਂ, ਯਤੀਮਖਾਨੇ ਇਹਨਾਂ ਦੀ ਪਾਣੀ ਪਿਲਾਉਣ ਦੀ ਸੇਵਾ ਲੱਗੀ ਹੋਈ ਸੀ। 19 ਸਾਲ ਦੀ ਉਮਰ ਦੀ, ਜਿਵੇਂ ਭਾਈ ਕਨਈਆ ਜੀ ਪਾਣੀ ਪਿਲਾਉਂਦੇ, ਸੰਗਤਾਂ ਨੂੰ ਪਾਣੀ ਪਿਲਾਉਂਦੇ। ਹਾਂ, ਯਤੀਮਖਾਨੇ ਵੱਲੋਂ ਜੋ ਨੌਜਵਾਨਾਂ ਦੀ ਡਿਊਟੀ ਲਗਾਈ ਗਈ ਸੀ, ਉਦੋਂ ਅੱਖੀਂ ਕਾਂਡ ਦੇਖੇ ਇਹਨਾਂ ਨੇ। ਉਹ ਕਾਂਡ ਦਾ ਫਿਰ ਇਹਨਾਂ ਨੇ ਦੇਖਿਆ ਵੀ ਇਹਦਾ ਬਦਲਾ ਲੈਣਾ ਹੈ। ਉਸ ਤੋਂ ਬਾਅਦ ਫਿਰ ਉਸ ਟਾਈਮ ਗਦਰ ਪਾਰਟੀ ਹੁੰਦੀ ਸੀ, ਗਦਰ ਪਾਰਟੀ ਨਾਲ ਸੰਬੰਧ ਬਣ ਗਏ ਸੀ ਇਹਨਾਂ ਦੇ। ਗਦਰ ਪਾਰਟੀ ਖਾਤਰ ਬਾਹਰੋਂ ਇੱਕ ਵਾਰੀ ਅਸਲਾ ਵੀ ਲੈ ਕੇ ਆਏ ਸੀ, ਹਥਿਆਰ ਵੀ ਲੈ ਕੇ ਆਏ ਸੀ। ਫਿਰ ਫੜੇ ਗਏ ਸੀ, ਕਿਸੇ ਨੇ ਮੁਕਬਰੀ ਕਰਦੀ ਸੀ। ਫਿਰ ਇਹਨਾਂ ਨੇ ਮੁਲਤਾਨ ਜੇਲ੍ਹ ਕੱਟੀ ਆ 5 ਸਾਲ ਉਸ ਟਾਈਮ, ਜਦੋਂ ਬਾਬਾ ਸੋਹਣ ਸਿੰਘ ਭਖਣਾ ਵਾਸਤੇ ਹਥਿਆਰ ਲੈ ਕੇ ਆਏ ਸੀ। ਗਦਰ ਪਾਰਟੀ ਨਾਲ ਇਹਦੇ ਸਰਦਾਰ ਮੈਂਬਰ ਰਹੇ ਗਦਰ ਪਾਰਟੀ ਦੇ, ਕਾਫੀ ਦੇ ਰਹੇ। ਉਸ ਤੋਂ ਬਾਅਦ ਫਿਰ ਇਹਨੂੰ ਸਜ਼ਾ ਹੋਈ, 5 ਸਾਲ ਦੀ ਸਜ਼ਾ ਕੱਟੀ, ਜੇਲ੍ਹ 'ਚ ਰਿਹਾ ਹੋਵੇ। ਦੁਬਾਰਾ ਫਿਰ ਇਹਨਾਂ ਨੇ ਪਾਸਪੋਰਟ ਬਣਾਇਆ। ਫਿਰ ਕਈ ਦੇਸ਼ਾਂ ਰਾਹੀਂ ਹੁੰਦੇ ਹੋਏ ਫਿਰ ਇੰਗਲੈਂਡ ਪਹੁੰਚੇ। ਫਿਰ 13 ਮਾਰਚ 1940 ਨੂੰ ਉਹਨੇ ਜਲਿਆਂਵਾਲੇ ਬਾਗ ਦਾ ਬਾਂਦਲਾ ਇਹਨਾਂ ਨੇ ਕੈਸਟਨ ਹਾਲ ਵਿੱਚ ਜਨਰਲ ਅਡਵਾਇਰ ਨੂੰ ਮਾਰ ਕੇ ਲਿਆ। ਉਹ ਜਨਰਲ ਡਵਾਇਰ ਦੇ ਜਿਹੜੇ ਬੇਟਾ ਸੀ ਜੀ, ਉਹਨਾਂ ਦੀ ਗਾਂ ਦੇ ਨਸਲ ਜਿਹੜੇ ਬੱਚੇ ਹੁੰਦੇ ਸੀ, ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਸੀਗਾ ਕਿ ਬਈ ਸਾਡੇ ਪਾਪ ਨੇ ਬਹੁਤ ਵੱਡਾ ਕਹਿਰ ਕੀਤਾ ਤੇ ਅਸੀਂ ਉਹਦੇ ਵਾਸਤੇ ਸ਼ਰਮਸਾਰ, ਅਸੀਂ ਮਾਫੀ ਮੰਗਦੇ ਹਾਂ। ਹਾਂ, ਬਹੁਤ ਜਲਿਆਂਵਾਲੇ ਕਾਂਡ ਦਾ ਖਾਸ ਦਾ ਉਹੀ ਤਾਂ ਸਭ ਨੂੰ ਪਤਾ ਹੀ ਹੈ, ਬਹੁਤ ਮਤਲਬ ਉਹਨਾਂ ਨੇ ਅਤਿਆਚਾਰ ਕੀਤਾ ਉਸ ਟਾਈਮ। ਅੱਛਾ, ਜਿਹੜੀ ਉਹ ਜਦੋਂ ਇਸੇ ਅੰਗਰੇਜ਼ ਆਉਂਦੇ ਸੀ ਉਹਨਾਂ ਨੂੰ ਫੜਨ ਵਾਸਤੇ, ਉਦੋਂ ਉਹਨਾਂ ਦਾ ਕੀ ਮਾਹੌਲ ਸੀ? ਕਿਉਂਕਿ ਤੁਸੀਂ ਇਤਿਹਾਸ ਜ਼ਿਆਦਾ ਪੜ੍ਹਿਆ ਸੀ। ਉਸ ਟਾਈਮ ਦਾ ਮੌਜੂਦਾ ਹੀ ਬੰਦੇ ਦੱਸ ਸਕਦੇ ਹੋ, ਤਾਂ ਜਿਵੇਂ ਲਿਖਤਾਂ ਨੇ, ਮਤਲਬ ਉਸ ਟਾਈਮ ਤਾਂ ਇਹ ਉਰੇ ਤਾਂ ਫੜੇ ਤਾਂ ਗਏ ਨਹੀਂ ਇਹ, ਮਤਲਬ ਇਹ ਜਿਹੜੀਆਂ ਅਸਤੀਆਂ ਦਾ ਕੀ ਸੀ ਮਤਲਬ ਵੀ? ਮੈਨੂੰ ਤਾਂ ਉਹਨਾਂ ਨੂੰ ਉੱਥੇ 1931 ਕਿੱਥੇ 1940 ਦੇ ਵਿੱਚ, ਸ਼ਾਇਦ 39 ਦੇ ਵਿੱਚ, ਹੈ ਨਾ, 40 ਸਾਲ 1940 ਚ ਲੈਣੇ 34 ਸਾਲ ਬਾਅਦ ਅਸਤੀਆਂ। 1974 ਚ ਇਹਨੇ ਅਸਤੀਆਂ ਗਿਆਨੀ ਜੈਲ ਸਿੰਘ ਲੈ ਕੇ ਆਏ ਸੀ। ਇਹਨੇ ਪੁੱਛਿਆ ਕਿ ਫਾਂਸੀ ਦੇਣ ਦੀ ਆਖਰੀ ਹਿੱਸਾ ਕੀ ਹੈ? ਕਹਿੰਦੇ ਮੇਰਾ ਸੰਸਕਾਰ ਮੇਰੀ ਜਨਮ ਭੂਮੀ ਸਨਾਮ ਕੀਤਾ ਜਾਵੇ। ਪਰ ਉਸ ਟਾਈਮ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਉਹਨੂੰ ਉੱਥੇ ਜੇਲ੍ਹ 'ਚ ਦਫਨਾ ਦਿੱਤਾ ਗਿਆ ਸੀਗਾ। ਜੇਲ੍ਹ 'ਚ ਦਫਨਾ ਤੋਂ ਬਾਅਦ ਫਿਰ ਇਹਨਾਂ ਨੂੰ 34 ਸਾਲ ਬਾਅਦ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਉੱਥੋਂ ਇਹਨੇ ਅਸਤੀਆਂ ਕਢਾ ਕੇ ਲਿਆ ਕੇ ਫਿਰ ਇੱਥੇ ਸਨਾਮ ਦੇ ਸਟੇਡੀਅਮ ਵਿੱਚ ਸੰਸਕਾਰ ਕੀਤਾ ਗਿਆ ਸੀ ਇਹਨਾਂ ਦਾ। 34 ਸਾਲ ਬਾਅਦ ਸੰਸਕਾਰ ਕੀਤਾ ਗਿਆ ਇਹਨਾਂ ਦਾ। ਮਤਲਬ ਇਹਨਾਂ ਦੇ ਅੱਡੋ ਅੱਡ ਧਰਮਾਂ ਮੁਤਾਬਕ ਫੁੱਲ ਚੁਗੇ ਗਏ ਸਾਰੇ। ਹਰਿਦੁਆਰ ਵੀ ਫੁੱਲ ਲਿਜਾਏ ਗਏ, ਕੀਰਤਪੁਰ ਸਾਹਿਬ ਵੀ, ਸਰਹੰਦ ਰੋਜ਼ਾ ਸ਼ਰੀਫ ਵੀ ਫੁੱਲ ਲਿਜਾਏ ਗਏ। ਤੇ ਉਰੇ ਉਧਮ ਸਿੰਘ ਕਾਲਜ 'ਚ ਵੀ ਇਹਨਾਂ ਦੀਆਂ ਅਸਤੀਆਂ ਰੱਖੀਆਂ ਗਈਆਂ, ਜਲਿਆਂਵਾਲੇ ਬਾਗ 'ਚ ਵੀ ਰੱਖੀਆਂ ਗਈਆਂ। ਮਤਲਬ ਸਾਰੇ ਧਰਮਾਂ ਦਾ ਸੰਸਕਾਰ ਕਰਦੇ ਸੀ। ਇਹ ਬਹੁਤ ਵੱਡੀ ਗੱਲ ਹੈ ਗਿਆਨੀ ਜੈਲ ਸਿੰਘ ਨੇ ਕਿ ਸਾਡੇ ਸ਼ਹੀਦੀਆਂ ਅਸਤੀਆਂ ਨੂੰ ਮਿੱਟੀ ਨੂੰ ਪਨਾਹ ਮਿਲੀ ਇਹਨਾਂ ਦੇ, ਨਹੀਂ ਤੇ ਸਾਡੀਆਂ ਸਰਕਾਰਾਂ ਦਾ। ਹਾਂ, ਉਹੀ ਗੱਲ ਹੈ ਜੀ, ਆਖਰੀ ਹਿੱਸਾ ਵੀ ਮਤਲਬ ਅਸਤੀਆਂ ਦੇ ਰੂਪ 34 ਸਾਲ ਬਾਅਦ ਪੂਰੀ ਹੋਈ ਇਹਨਾਂ ਦੀ। ਤਾਂ ਬਹੁਤ ਕੁਝ ਕਰਦੇ ਆ, ਹੋਰ ਤਾਂ ਕਿਸੇ ਸਰਕਾਰ ਨੇ ਕਰਿਆ ਇੰਨਾ। ਹਾਂਜੀ, ਜਿੰਨਾ ਮਤਲਬ ਇਹ ਜਿੰਨਾ ਗਿਆਨੀ ਜੈਲ ਸਿੰਘ ਨੇ ਕਰਦਾ, ਇਤਨਾ ਦਾ ਕਿਸੇ ਨੇ ਵੀ ਨਹੀਂ ਕਰਿਆ ਹੈ। ਇਹ ਤਾਂ ਬਹੁਤ ਕੁਝ ਕਰਦੇ ਆ। ਤਾਂ ਅਸਤੀਆਂ ਲੈ ਕੇ ਆਇਆ ਇੰਗਲੈਂਡ ਤੋਂ ਜਾ ਕੇ, ਆ ਕੇ ਸੰਸਕਾਰ ਕਰਿਆ ਉਹਨੇ, ਚੰਨ ਕੀ ਲੱਕੜੀ ਨਾਲ ਕਰਿਆ ਸੰਸਕਾਰ। ਮੈਂ ਉੱਥੇ ਤਾਂ ਬੈਠਿਆ ਸੀ ਜਦ ਕਾਨੂੰਗੋ ਜੱਗ ਸਿੰਘ ਸੀ, ਜਦ ਪ੍ਰਧਾਨ ਕਾਂਗਰਸ ਦਾ ਪ੍ਰਧਾਨ ਸੀ, ਜਦ ਕਮੇਟੀ ਦਾ, ਜਦ ਦੀ ਗੱਲ ਹੈ, ਮੇਰੇ ਯਾਦ ਆ ਜੀ, ਮੈਂ ਭੁੱਲਦਾ ਨਹੀਂ ਹੁੰਦਾ। ਜਦ ਦੂਏ ਦਿਨ ਫਿਰ ਫੁੱਲ ਚੁੱਕੇ ਆ ਕੇ 2 ਦਿਨਾਂ ਬਾਅਦ, 1 ਦਿਨ ਬਾਅਦ ਨਾਲ ਪਰਲੇ ਪਾਸੇ ਹਵੇਲੀ ਗਿਰ ਗਈ, ਨਾਲ ਹੀ ਪਰਲੇ ਪਾਸੇ ਜਦ ਸੰਸਕਾਰ ਕਰਨ ਲੱਗਿਆ, ਉਹ ਵੀ ਮੇਰੇ ਯਾਦ ਆ। ਜਿਸ ਨੂੰ ਅੱਜ ਪੁੱਛ ਲਿਆ ਉਹ ਤੋਂ ਹੁਣ ਵੀ ਪਤਾ ਲੋਕਾਂ ਨੂੰ ਵੀ ਹਾਂ ਹਵੇਲੀ ਗਿਰ ਗਈ। ਕੋਈ ਉਹਨਾਂ ਦੇ ਹੱਥ ਲਿਖਤ ਹੈਗੀ ਆ? ਇੰਗਲਿਸ਼ ਉਹਨਾਂ ਦੀ ਆਪਣੀ ਲਿਖੀ ਹੋਈ ਨੇ ਸਾਰੀਆਂ, ਚਿੱਠੀਆਂ ਲਿਖੀਆਂ ਨੇ ਇੰਗਲਿਸ਼ ਉਹਨਾਂ ਦੀ ਆਪਣੀ ਰਾਈਟਿੰਗ ਹੈ। ਇਹ ਰੀਅਲ ਕਿ ਕਾਪੀ ਪੇਸਟ ਹੈ? ਉਹਨਾਂ ਦੀ ਆਪਣੀ ਰਾਈਟਿੰਗ ਹੈ, ਪੰਜਾਬੀ ਬਾਅਦ ਚ ਕਰੀ ਸਾਰਾ ਲਿਖਿਆ ਪਿਆ। ਅੱਛਾ, ਮਤਲਬ ਵੀ ਇਹ ਜਿਹੜਾ ਥਲੜਾ ਜਿਹੜੀ ਆਹ ਚੀਜ਼ ਇਹਨਾਂ ਦੇ ਹੱਥ ਦੀ ਹੈ। ਹਾਂ। ਸੋ ਤੁਸੀਂ ਵੇਖੋ ਸ਼ਹੀਦ ਊਧਮ ਸਿੰਘ ਦੀ ਹੈਂਡ ਰਾਈਟਿੰਗ ਆ ਸੀ ਉਹਨਾਂ ਦੀ। ਉਹਨਾਂ ਦੀ ਉਹ ਚਿੱਠੀ ਹੈ ਜਿਹੜੀ, ਉਹ ਤੁਸੀਂ ਪੜ੍ਹ ਵੀ ਸਕਦੇ ਹੋ।
ਕਮਾਲ ਸੀ। ਉਹਨੂੰ ਫਿਰ ਪੰਜਾਬੀ 'ਚ ਕੀਤਾ ਗਿਆ ਉਹਨਾਂ ਨੂੰ, ਤੇ ਆਹ ਉਹਨਾਂ ਦੀ ਫਿਰ ਹੈਂਡ ਰਾਈਟਿੰਗ ਉਹਨਾਂ ਦੀ ਰਿਕਾਰਡ ਹੋਈ ਸੀ, ਤੇ ਔਰ ਆਹ ਉਹਨਾਂ ਦੀ ਜਿਹੜਾ ਪੰਜਾਬੀ ਦਾ ਉਲੱਥਾ ਜਿਹਨੂੰ ਕਹਾਂਗੇ ਆਪਾਂ, ਤੇ ਉਹ ਹੈ। ਤੇ ਕੋਈ ਇਹਨਾਂ ਦੇ ਹੱਥ ਨੂੰ ਲੱਗੀ ਚੀਜ਼, ਜਿਵੇਂ ਕੋਈ ਚੀਜ਼ ਹੋਵੇ। ਉਹਨਾਂ ਦੇ MS ਆਜ਼ਾਦ, ਮੁਹੰਮਦ ਸਿੰਘ ਆਜ਼ਾਦ ਹਾਂਜੀ ਹਾਂਜੀ ਜੀ, ਕੋਈ ਉਹਨਾਂ ਦੀ ਕੋਈ ਐਸੀ ਚੀਜ਼ ਹੋਵੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਉਹਨਾਂ ਦੇ ਹਥਿਆਰ, ਕੋਈ ਉਹਨਾਂ ਦੀ ਕਾਪੀ ਜਿਹਦੇ ਵਿੱਚ ਉਹ ਪੀਂਦੇ ਹੋਣ, ਕੋਈ ਉਹਨਾਂ ਦੀ ਯਾਦ ਨਹੀਂ, ਬਾਹਰ ਹੀ ਨਹੀਂ, ਉਹਦਾ ਮਤਲਬ ਛੋਟੇ ਹੋਣੇ ਰਹੇਗਾ ਨਾ, ਉਹਦਾ ਕਿ ਜਨਮ ਹੋਇਆ, ਮਤਲਬ ਉਸ ਤੋਂ ਬਾਅਦ ਤੋਂ ਰਿਸ਼ਤੀ ਹੋ ਗਿਆ, ਅੰਮ੍ਰਿਤਸਰ ਪੜੇ ਸੀ ਇਹ, ਉਹਦਾ ਇਹਨੇ ਹੱਥ ਲਿਖਤੀ ਨਹੀਂ ਹੋਈ ਬਸ। ਬਾਕੀ ਸਮਾਨ ਇਹਨਾਂ ਦਾ ਬਾਹਰ ਪਿਆ, ਇਹਨਾਂ ਦਾ ਪਿਸਟਲ ਵਗੈਰਾ ਸਾਰਾ ਲੈਣ ਕੇ ਪਿਆ ਸਮਾਨ। ਉਹ ਜੁੱਤੀ ਪਿਸਤੌਲ 3-4 ਚੀਜ਼ਾਂ ਉੱਥੇ ਪਈਆਂ ਇੰਗਲੈਂਡ 'ਚ, ਹਾਲੇ ਉਹ ਆਈਆਂ ਨਹੀਂ ਹਲੇ ਜੀ। ਉਹ ਲੈ ਕੇ ਆਉਣਾ ਲੈ ਕੇ ਚਾਹੀਦਾ। ਕੌਣਾ ਵੀ ਸਰਕਾਰਾਂ ਸਰਕਾਰ ਕਰਦੀ ਨਹੀਂ ਇਹ ਕੰਮ ਹੈ ਜੀ। ਹੋਰ 3-4 ਚੀਜ਼ਾਂ ਪਈਆਂ, ਪਿਸਤੌਲ, ਜੁੱਤੀ, ਹੋਰ ਵੀ ਬਹੁਤ ਚੀਜ਼ਾਂ ਪਈਆਂ, ਕੋਈ ਗਿਣਤੀ ਨਹੀਂ ਹੈਗੀ। ਮਤਲਬ ਉੱਥੇ ਤੇ ਲਿਆਵੇਂ ਜਾ ਕੇ ਤਾਂ ਇਹ ਤਾਂ ਹੁਣ ਭਗਵੰਤ ਮਾਨ ਬਣਿਆ ਮੁੱਖ ਮੰਤਰੀ, ਆਏ ਜਾ ਕੇ ਲਿਆਵੇਂ। ਅੱਛਾ ਬਾਬਾ ਜੀ, ਇੱਕ ਮੈਂ ਪੁਸ਼ਟੀ ਕਰਨਾ ਚਾਹੁੰਦਾ, ਵੈਸੇ ਬੇਸਿਕਲੀ ਮੈਨੂੰ ਡਾਊਟ ਨਹੀਂ ਹੈ ਵੀ ਇਹ ਵਾਕਈ ਸ਼ਹੀਦ ਊਧਮ ਸਿੰਘ ਜੀ ਦੇ ਪੋਤਾ ਜੀ, ਕਿਉਂਕਿ ਜਦੋਂ ਮੈਂ ਵੀਡੀਓ ਪਾਊਂਗਾ ਤਾਂ ਲੋਕੀ ਮੈਨੂੰ ਪੁੱਛਣਗੇ ਵਾਟੀ ਤੇਰੇ ਕੋਲ ਪ੍ਰੂਫ ਕੀ ਹੈ ਇਸ ਚੀਜ਼ ਦਾ। ਇਹ ਆਸਕੌਰ ਦੀ, ਮਤਲਬ ਆਸਕੌਰ ਦੇ ਬੱਚੇ ਆ ਗਏ ਨੇ। ਹਾਂਜੀ ਹਾਂਜੀ, ਗਵਰਨਮੈਂਟ ਨੇ ਇਹਨੂੰ ਪੈਨਸ਼ਨ ਲਾਈ ਹੈ ਮਾਤਾ ਆਸਕੌਰ ਨੂੰ। ਇਹ ਆਸਕੌਰ ਦੇ ਅੱਗੇ ਪੋਤੇ ਆ ਗਏ। ਮੈਂ ਪੋਤਾ ਹੋ ਗਿਆ, ਝੂਠ ਨਹੀਂ ਹੈ ਜੀ ਗੱਲ ਜਿਹੜੀ ਗੱਲ ਨਹੀਂ। ਨਹੀਂ ਦੇਖੋ ਜੀ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਝੂਠੇ ਹੋ, ਕਿਉਂਕਿ ਜਦੋਂ ਮੈਂ ਇਹ ਚੀਜ਼ ਪਾਊਂਗਾ ਤੇ ਉਹ ਮੈਨੂੰ ਜਮਾ ਪਾ ਦਿਓ, ਜਮਾ ਬੇਧੜਕ ਹੋ ਕੇ ਜਮਾ ਪਾਊਗਾ ਨਾ। ਆਹ ਦੇਖੋ ਚਿੱਠੀਆਂ ਪਈਆਂ ਸਾਰੀਆਂ ਸਾਡੇ ਵਿੱਚ। ਆ ਜੋ ਊਧਮ ਸਿੰਘ ਜੀ ਚਿੱਠੀਆਂ ਲਿਖਦੇ ਸੀਗੇ ਜਾਂ ਉਹਨਾਂ ਦਾ ਜੋ ਹੈ, ਇਹਦੇ ਵਿੱਚ ਇਹਨੂੰ ਪਾਉਜ਼ ਕਰਕੇ ਵੀਡੀਓ ਨੂੰ ਤੁਸੀਂ ਵੀਰੇ ਦੇਖ ਸਕਦੇ ਹੋ, ਤੇ ਆਹ ਸਭ ਕੁਝ ਹੈ ਨਾ, ਤੁਸੀਂ ਦੇਖ ਸਕਦੇ ਹੋ ਪਾਉਜ਼ ਕਰਕੇ। ਆ ਸਾਰਾ ਇਹ ਉਹਨਾਂ ਦਾ ਕੁਰਸੀਨਾਮਾ, ਹਾਂਜੀ ਹਾਂਜੀ, ਤੇ ਇਹ ਤੁਹਾਡਾ ਤੇ ਇੱਕ ਤੁਹਾਨੂੰ ਜੋਬ ਨਹੀਂ ਮਤਲਬ ਦਿੱਤੀ, ਪ੍ਰੋਵਾਈਡ ਕੀਤੀ, ਕਿਉਂਕਿ ਮੈਨੂੰ ਇਹ ਲੱਗਦਾ ਬਾਬਾ ਜੀ ਕਿ ਜਦੋਂ ਸਾਡੇ ਜਿਹੜੇ ਸ਼ਹੀਦ ਨੇ, ਜਦੋਂ ਉਹ ਸਾਡੀ ਕੌਮ ਵਾਸਤੇ ਲੜਦੇ ਨੇ, ਤੇ ਉਦੋਂ ਉਹ ਆਪਣੇ ਬਾਰੇ, ਆਪਦੇ ਪਰਿਵਾਰ ਬਾਰੇ ਨਹੀਂ ਸੋਚਦੇ, ਤੇ ਉਦੋਂ ਫਿਰ ਉਹ ਦੇਸ਼ ਵਾਸਤੇ ਸੋਚਦੇ, ਤੇ ਉੱਥੇ ਕਿਤੇ ਨਾ ਕਿਤੇ ਜਾ ਕੇ ਆਰਥਿਕ ਤੰਗੀਆਂ ਤੋਂ ਕੋਈ ਬਾਅਦ 'ਚ ਭੁਗਤਣਾ ਪੈਂਦਾ, ਕਿਉਂਕਿ ਇੱਕ ਸਮਾਂ ਹੁੰਦਾ ਚਾਹੇ ਦੇਸ਼ ਵਾਸਤੇ ਕੁਝ ਕਰ ਲਓ, ਤੇ ਚਾਹੇ ਆਪਣੇ ਪਰਿਵਾਰ ਵਾਸਤੇ ਕਰ ਲਓ, ਤੇ ਉਸ ਤੋਂ ਬਾਅਦ ਸਾਡੀ ਕੌਮ ਨੂੰ ਹੀ ਚਾਹੀਦਾ ਹੁੰਦਾ ਕਿ ਅਸੀਂ ਉਸ ਪਰਿਵਾਰ ਨੂੰ ਸੰਭਾਲੀਏ। ਨਹੀਂ ਤਾਂ ਫਿਰ ਇਸੇ ਤਰ੍ਹਾਂ ਕਰਦੇ ਫਿਰ ਜਦੋਂ ਆਉਣ ਵਾਲੇ ਆਧਾਰ ਨਾ ਦਿੰਦੇ ਲੋਕੀ ਵੀ ਊਧਮ ਸਿੰਘ ਦਾ ਜਿਹੜਾ ਪਰਿਵਾਰ ਤਾਂ ਰੁਲਦਾ ਫਿਰਦਾ, ਕੀ ਲੈਣਾ ਸੀ ਇਹਦੇ ਕੀ ਆਜ਼ਾਦੀ ਤੋਂ, ਆਪਦਾ ਪਰਿਵਾਰ ਸੰਭਾਲੋ, ਪੁੱਤਰ ਮੋਹ ਛੱਡ ਕੇ ਜੀ। ਹਾਂਜੀ, ਅੱਛਾ ਉਹਨਾਂ ਦੀ ਸ਼ਾਦੀ ਕਦੋਂ ਹੋਈ ਫਿਰ ਉਹਨਾਂ ਦੀ? ਸ਼ਾਦੀ ਹੋਈ ਹੈ ਜੀ। ਅੱਛਾ ਜੀ, ਸ਼ਾਦੀ ਸੋਚੀ ਤਾਂ ਤੁਸੀਂ ਦੂਜੇ ਭਰਾ ਦੇ, ਉਹਨਾਂ ਦੇ ਸ਼ਹੀਦ ਊਧਮ ਸਿੰਘ ਦੇ ਸਕੇ ਭਰਾ ਦੇ ਪੋਤਰੇ ਹੋ? ਭਾਣਜੇ ਨਹੀਂ, ਜਿਹੜੀ ਊਧਮ ਸਿੰਘ ਦੀ ਭੈਣ ਸੀ ਨਾ, ਉਹ ਮੇਰੀ ਦਾਦੀ ਸੀ। ਅੱਛਾ ਜੀ, ਊਧਮ ਸਿੰਘ ਦੀ ਸਕੀ ਭੈਣ ਤੁਹਾਡੀ ਦਾਦੀ ਜੀ? ਦਾਦੀ ਸੀ। ਠੀਕ ਬਸ ਜੀ, ਇਹ ਪੜੋਤਾ ਹੋ ਗਿਆ, ਮੈਂ ਪੋਤਾ ਹੋ ਗਿਆ। ਮੈਂ ਜਮਾ ਪੋਤਾ ਹੋ ਗਿਆ, ਮੈਨੂੰ ਪੁੱਛ ਲਓ ਪੱਕੀ ਆ ਗੱਲ ਹੈ। ਇਹ ਦੋ ਤੇਰੇ ਹੋ ਗਏ ਇੱਕ ਤਰ੍ਹਾਂ ਦੇ, ਦੋ ਤੇ ਹੋ ਗਏ ਜੀ। ਪੋਤਾ ਹੋ ਗਿਆ ਊਧਮ ਸਿੰਘ ਤੇ ਤਾਂ ਲਓ ਭੈਣ ਦੇ ਪੋਤੇ ਹੋ ਗਏ ਨਾ। ਪੋਤਾ ਹੋ ਗਿਆ, ਭੈਣ ਦਾ ਪੋਤਾ ਹੋ ਗਿਆ। ਰਿਸ਼ਤੇ ਬਹੁਤਾ ਰਿਸ਼ਤਾ ਦੂਰ ਨਹੀਂ ਹੈ ਜੋ ਲੱਗੀ ਜਾ। ਨਹੀਂ ਭਾਜੀ, ਇਹ ਤਾਂ ਸਹੀ ਹੈ, ਕਿਉਂਕਿ ਖੂਨ ਤਾਂ ਤੁਹਾਡੀਆਂ ਰਗਾਂ 'ਚ ਹੀ ਹੈ ਨਾ, ਹਨਾ, ਤੇ ਸਾਨੂੰ ਸੰਭਾਲਣਾ ਚਾਹੀਦਾ। ਤੇ ਇੱਕ ਤੁਹਾਨੂੰ ਜੌਬ ਦਾ ਕੋਈ ਲੈਟਰ ਆਇਆ ਕਿ ਸਰਕਾਰ ਨੇ ਦਿੱਤਾ ਹੋਵੇ ਤੁਹਾਨੂੰ? ਦੇਖੋ ਇਹ ਨੌਕਰੀ ਦਾ ਲੈਟਰ ਆ, ਜਿਹੜੀ ਮੁੰਡੇ ਕਿਸੇ ਨੌਕਰੀ ਆਈ ਹੋਈ ਹੈ, ਉਹਨੂੰ ਤਾਂ ਮਿਲੀ ਹੈ, ਜਿਨ੍ਹਾਂ ਨੂੰ ਵੀ ਪਤਾ ਹਾਲ ਤੱਕ ਨੌਕਰੀ ਮਿਲੀ ਹੈ। ਇਹ ਲੈਟਰ ਆਈ ਹੈ? ਹਾਂ, ਸਰਕਾਰੀ ਲੈਟਰ ਆਈ ਹੈ। ਸਰਕਾਰੀ ਇਹ ਡੀਸੀ ਦੇ ਪਿਆ, ਡੀਸੀ ਨੌਕਰੀ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ ਡੀਸੀ? ਬਸ ਲਿਖ ਦਿੰਦਾ ਉਹਦਾ। ਇਹ ਲੈਟਰ ਕਾਹਦਾ ਸੀਗਾ ਜੀ? ਇਹ ਜੌਬ 2 ਨੌਕਰੀਆਂ ਲਿਖੀਆਂ ਹੋਈਆਂ ਇਸ नौकरी पास करके भेजती थी। कैप्टन अमरिंदर सिंह की नौकरी पास 26/7/2006 ਨੂੰ ਕਾਂਗਰਸ ਦੇ ਵੇਲੇ ਕੈਪਟਨ ਸਾਹਿਬ ਹੋਏ। ਹਲਕੀ ਮਾਰੀ ਪਈ ਆ ਜੱਗਾ ਸਿੰਘ ਡੀਸੀ ਸਾਹਿਬ ਕੋਲ ਕੇਸ ਜਾ ਚੁੱਕੇ ਸੀ। ਲਿਖਿਆ ਪਿਆ ਜੱਗਾ ਸਿੰਘ ਜੀ। ਪਰ ਉਹਦਾ ਦਿੱਕਤ ਕੀ ਹੈ ਕਿ ਉਸ ਤੋਂ ਬਾਅਦ ਸਰਕਾਰ ਬਦਲ ਗਈ ਜੀ। ਸਰਕਾਰ ਬਦਲਣ ਕਰਕੇ ਜੋ ਵੀ ਡੀਸੀ ਸਾਹਿਬ ਕਹਿੰਦੇ ਨਵੀਂ ਸਰਕਾਰ ਦਾ ਮੈਨੂੰ ਹੁਕਮ ਆਵੇ ਤਾਂ ਮੈਂ ਨੌਕਰੀ ਦਵਾਂ। ਮਤਲਬ ਵੀ ਹੁਣ ਮੈਂ ਇਹੀ ਕਹੂੰਗਾ ਕਿ ਮਤਲਬ ਜਿਹੜੀ ਸਰਕਾਰ ਹੈ ਸਾਡੀ ਹੁਣ ਮੌਜੂਦਾ, ਮੇਰੇ ਮਿੱਤਰ ਨੇ ਗੁਰਲਾਲ ਘਨੌਰ ਸਾਹਿਬ ਤੇ ਇੱਕ ਮੇਰੇ ਉਧਰ ਏਰੀਏ ਦੇ ਬੰਦੇ ਬੜੇ ਸਿਆਣੇ ਨੇ, ਉਹਨਾਂ ਤੇ ਕੋਈ ਦਾਗ ਨਹੀਂ ਲੱਗਿਆ ਅਜੇ ਤੱਕ ਰਿਸ਼ਵਤ ਦਾ, ਕਿਸੇ ਤਰ੍ਹਾਂ ਬੜੇ ਪਾਕ ਬੰਦੇ ਨੇ, ਉਹ ਪਵਿੱਤਰ ਰੂਹ ਹੈ। ਗੁਰਮੀਤ ਸਿੰਘ ਖੁੱਡੀਆਂ ਜੀ, ਤੇ ਖਾਸ ਕਰਕੇ ਮੈਂ ਭਗਵੰਤ ਮਾਨ ਜੀ ਅੱਗੇ ਬੇਨਤੀ ਕਰੂੰਗਾ ਇਸ ਗੱਲ ਦਾ ਕਿ ਇਸ ਚੀਜ਼ ਨੂੰ ਮਤਲਬ ਵੀ ਯਾਰ ਆਪਾਂ ਸੰਭਾਲੀਏ, ਕਿਉਂਕਿ ਤੁਸੀਂ ਸੁਨਾਮਦੇ ਹੋ, ਸਾਰੇ ਸੰਗਰੂਰ ਦੇ ਹੋ, ਤੇ ਜੇਕਰ ਸਾਡੇ ਸ਼ਹੀਦ ਇਸੇ ਤਰ੍ਹਾਂ ਹੀ ਰੁਲਦੇ ਰਹੇ ਤੇ ਫਿਰ ਅਸੀਂ ਕੀ ਕਰਾਂਗੇ?
ਤੇ ਫਿਰ ਮੈਨੂੰ ਲੱਗਦਾ ਵੀ ਆਉਣ ਵਾਲੇ ਸਾਡੇ ਤੇ ਵਿਪਤਾ ਆਊਗੀ ਸਾਡੇ ਲੋਕਾਂ ਤੇ ਮੈਨੂੰ ਨਹੀਂ ਲੱਗਦਾ ਕਿ ਉਸ ਤੋਂ ਬਾਅਦ ਕੋਈ ਬੰਦਾ ਆਪਦੇ ਪਰਿਵਾਰ ਨੂੰ ਕਹੂਗਾ ਹਨਾ ਵੀ ਹਾਂ ਵੀ ਤੁਸੀਂ ਵੀ ਦੇਸ਼ ਵਾਸਤੇ ਲੜੋ। ਹਾਂਜੀ ਹਾਂਜੀ। ਦਿੱਲੀ ਸਰਕਾਰ ਨੇ ਬਹੁਤ ਰਿਕੁਐਸਟਾਂ ਪਾਤੀਆਂ ਜੀ ਪੰਜਾਬ ਸਰਕਾਰ ਨੂੰ, ਮਤਲਬ ਹੁਣ ਦੀ ਮੌਜੂਦਾ ਸਰਕਾਰ ਨੂੰ ਨਹੀਂ ਕਹਿਣਾ, ਪਹਿਲਾਂ ਜੋ ਕਾਂਗਰਸ ਅਕਾਲੀ ਸਰਕਾਰ ਵੇਲੇ ਲੈਟਰ ਨਹੀਂ ਜੀ। ਰਾਸ਼ਟਰਪਤੀ ਨੇ ਲਿਖ ਕੇ ਭੇਜੀਆਂ, ਫਿਰ ਵੀ ਨਹੀਂ ਸੁਣੀ ਸਾਡੀ। ਹਾਂਜੀ। ਰਾਸ਼ਟਰਪਤੀ ਨੇ ਵੀ ਲਿਖ ਕੇ ਭੇਜੀਆਂ ਇਹਨਾਂ ਨੂੰ। ਐਡੀ ਬਸਰਮ ਲੋਕਾਂ ਹੈ, ਬਸਰਮ ਸਰਕਾਰਾਂ ਦੇ। ਆ ਦੇਖ ਲਓ ਵੀ ਇਹਦਾ ਮਤਲਬ ਕਿੰਨਾ ਕਰਪਸ਼ਨ ਹੈ ਕਿ ਰਾਸ਼ਟਰਪਤੀ ਦੀ ਵੀ ਇੱਥੇ ਨਹੀਂ ਚੱਲਦੀ। ਮਤਲਬ ਤਾਂ ਆਹੀ ਹੋਇਆ ਨਾ ਜੀ ਵੀ ਰਾਸ਼ਟਰਪਤੀ ਦੀ ਵੀ ਇੱਥੇ ਨਹੀਂ ਚੱਲਦੀ। ਰਾਸ਼ਟਰਪਤੀ ਕਿਹੜੇ ਸੀ ਉਦੋਂ? ਆ ਦੇਖ ਲਓ ਡਾਕਟਰ ਬਿਲਕੁਲ ਆਉਂਦੀ ਜਨਾਨੀ ਸੀ ਆਦਮ ਕਾਬ ਦੇ ਮਗਰੋਂ ਆਈ ਸੀ ਇਹ। ਤੇ ਉਹਨਾਂ ਦੀਆਂ ਵੀ ਜਦੋਂ ਨਹੀਂ ਸੁਣੀਆਂ ਗਈਆਂ। ਅਸੀਂ ਤਾਂ ਲਾਓ ਜੀ ਜੰਤਰ ਮੰਤਰ ਤੇ ਵੀ ਅਸੀਂ ਧਰਨੇ ਲਾਏ ਜੀ, ਆਪਦੀ ਮੰਗ ਲੈ ਕੇ ਅਸੀਂ ਦਿੱਲੀ ਵੀ ਪਹੁੰਚੇ ਜੀ, ਪਰ ਉੱਥੇ ਵੀ ਲਾ ਲਓ ਵੀ ਜਿੱਦਾਂ ਕਹਿ ਦਿੰਦੇ ਆ ਵੀ ਆਪਣਾ ਲੈਟਰ ਦੇ ਕੇ, ਚਾਹੇ ਉਹ ਰਾਸ਼ਟਰਪਤੀ ਜੀ ਨੇ ਚਾਹੇ ਉਹ ਪ੍ਰਧਾਨ ਮੰਤਰੀ ਜੀ ਨੇ, ਵੀ ਤੁਸੀਂ ਸਾਨੂੰ ਦੇ ਕੇ ਚੱਲ ਜਾਓ, ਤੁਹਾਨੂੰ ਮਹੀਨੇ ਬਾਅਦ ਜਵਾਬ ਆਊਗਾ, ਪਰ ਸਾਨੂੰ ਉਹਦਾ ਅਜੇ ਤੱਕ ਜਵਾਬ ਨਹੀਂ ਆਇਆ ਜੀ। ਜਵਾਬ ਨਹੀਂ ਦਿੰਦਾ ਜਿਹੜਾ ਵੀ ਕਾਨੂੰਨ 'ਚ ਲਿਖਿਆ ਹੋਇਆ ਜੀ ਵੀ ਉਹ ਮਹੀਨੇ ਬਾਅਦ ਉਹ ਜਵਾਬ ਦਿੰਦੇ ਨੇ ਜੀ, ਪਰ ਉਹਦਾ ਵੀ ਕੋਈ ਜਵਾਬ ਨਹੀਂ ਹੈ। ਤੇ ਫਿਰ ਤੁਹਾਡਾ ਹੁਣ ਗੁਜ਼ਾਰਾ ਕਿਵੇਂ ਹੁੰਦਾ ਇਸ ਚੀਜ਼ ਦਾ? ਗੁਜ਼ਾਰਾ ਬਾ ਭਾਈ ਤੇ ਮੈਂ ਰੰਗ ਰੋਗ ਦਾ ਕੰਮ ਕਰਦੇ ਆ ਜੀ, ਦਿਹਾੜੀ ਮਜ਼ਦੂਰੀ ਕਰਕੇ ਟਾਈਮ ਪਾਸ ਕਰਦੇ ਹਾਂ। ਪਰ ਚੰਨੀ ਸਾਹਿਬ ਵੇਲੇ ਵੀ ਤੁਸੀਂ ਲਾਓ ਜੀ, ਚੰਨੀ ਸਾਹਿਬ ਕਹਿੰਦੇ ਅਸੀਂ ਰਾਤਾਂ ਨੂੰ ਮਿਲਦੇ ਆ, ਉਦੋਂ ਵੀ ਲਾ ਲਓ ਵੀ ਪਾਪਾ ਜੀ ਬਿਮਾਰ ਰਹਿੰਦੇ ਸੀ, ਦਵਾਈ ਲੈ ਕੇ ਘੱਟੋ ਘੱਟ ਲਾਓ 10 ਦਿਨ ਉੱਥੇ ਬੈਠੇ ਰਹੇ ਚੰਡੀਗੜ੍ਹ, ਇਹਨਾਂ ਦੀ ਕਿਸੇ ਨੇ ਨਹੀਂ ਸੁਣੀ ਹੈਗੀ ਜੀ। ਕਿਸੇ ਨੇ ਮੇਰੀ ਜਾਤ ਨਹੀਂ ਪੁੱਛੀ ਇੱਥੇ। ਚੰਨੀ ਸਾਹਿਬ ਨਹੀਂ ਲਵੇ ਲੰਘ ਜਾ ਕਰਦੇ ਉਹ ਸਾਰੇ ਅਸੀਂ ਬੈਠੇ ਦੇ ਉੱਥੇ ਲਵੇ। ਚੰਨੀ ਸਾਹਿਬ ਨੇ ਕੋਈ ਗੌਰ ਨਹੀਂ ਕਰੀ ਹੈਗੀ। ਚੜ੍ਹ ਕੇ ਜਹਾਜ਼ 'ਚ ਉਹ ਜਾਂਦਾ ਅਰਜ਼ੀਆਂ ਲੈ ਕੇ ਫੜਨੀਆਂ, ਅਰਜ਼ੀਆਂ ਦਾ ਕੁਝ ਨਹੀਂ ਕਰਿਆ, ਬਾਅਦ 'ਚ ਕਹੀਂ ਕਿਆ ਕਰਿਆ ਕਿ ਨਹੀਂ ਕਰਿਆ, ਕੋਈ ਜਵਾਬ ਨਹੀਂ ਆਇਆ ਅਰਜ਼ੀਆਂ ਦਾ। 2 ਵਾਰੀ ਅਰਜ਼ੀਆਂ ਦੇ ਦੀਆਂ ਮੈंने ਲਿਖ ਕੇ ਉੱਥੇ। ਕਹਾਵਤਾ ਰਾਤ ਨੂੰ ਮੈਂ ਗੁਰਦੁਆਰੇ ਰਾਤ ਕੱਟਿਆ ਕਰਦਾ, ਦਿਨ 'ਚ ਮੈਂ ਉੱਥੇ ਬੈਠਿਆ ਕਰਦਾ ਧਰਨੇ 'ਤੇ ਆ ਕੇ। ਹੈ ਜੀ, ਇਹਨਾਂ ਨੇ ਕੁਛ ਨਹੀਂ ਕਰਿਆ ਸਾਡਾ। ਚਿੱਕੜ ਨੂੰ ਸਰਕਾਰ ਹੈ ਬਾਕੀ ਚੰਨੀ ਕੱਖ ਨਹੀਂ ਕਰਿਆ। ਰਾਤ ਨੂੰ ਮੈਂ ਚਿੱਕੜ ਮੈਂ ਬਿਮਾਰ ਵੀ ਹੋ ਗਿਆ ਉੱਥੇ, ਇੰਨੀਆਂ ਸਾਰੀਆਂ ਮੈਂ ਗੋਲੀਆਂ ਲੈ ਕੇ ਗਿਆ ਸੀ ਉੱਥੇ ਦਾ। ਰਾਤ ਨੂੰ ਮੈਂ 3 ਗੋਲੀਆਂ ਲਿਆ ਕਰਾਂ ਤਾਂ ਮੈਂ ਟਾਈਮ ਪਾਸ ਕਰਿਆ। ਠੰਡ ਬਹੁਤ ਹੀ ਸੀ ਇੱਥੇ ਰਾਤ ਨੂੰ, ਇੰਨਾ ਬੁਰਾ ਹਾਲ ਹੋਇਆ ਮੇਰਾ, ਪਰ ਕਿਸੇ ਨੇ ਕੁਛ ਨਹੀਂ ਕਰਿਆ ਮੇਰਾ। ਕੋਈ ਕਿਸੇ ਨੇ ਮੈਨੂੰ ਪੁੱਛਿਆ ਨਹੀਂ। ਮੈਂ ਸਿਰਫ ਬੈਠ ਮੁੜ ਕੇ ਬਸ ਰਾਤ ਨੂੰ ਗੁਰਦੁਆਰੇ ਤੜਕੇ ਗੁਰਦੁਆਰੇ 'ਚੋਂ ਆ ਜਾਣਾ। ਮੈंने ਹੱਥ ਉੱਤ ਬਹੁਤ ਬੰਨੇ, ਮੈਂ ਮੇਰਾ ਕਰਦੇ ਵੀ ਕੰਮ ਕਰਦੇ, ਕੋਈ ਕਿਸੇ ਨੇ ਸੁਣੀ ਹੈਗੀ। ਪੁਲਿਸ ਵਾਲੇ ਆਇਆ ਕਰੇ, ਪਿੱਛੇ ਹੋ ਜਾਓ ਮਗਰ ਹੋ ਜਾਓ ਬਸ। ਇਹ ਤਾਂ ਹੁਣ ਸਾਨੂੰ ਮਤਲਬ ਸਰਕਾਰ ਨੂੰ ਚਾਹੀਦਾ, ਮੈਂ ਇੰਨਾ ਹੀ ਭਰਾਵਾਂ ਅੱਗੇ ਵੀ ਕਰੂੰਗਾ ਕਿ ਤੁਸੀਂ ਕਬੱਡੀ ਦੇ ਵਿੱਚ ਇੰਨੀਆਂ ਆਪਾਂ ਕਾਰਾਂ ਦੇ ਰਹੇ ਆ, ਇੰਨੇ ਕਰ ਰਹੇ ਹੋ ਹੁਣ, ਤੇ ਜਿਹੜੇ ਸਹੀ ਖਿਡਾਰੀ ਤੇ ਸ਼ਹੀਦ ਊਧਮ ਸਿੰਘ ਦੇ ਸੀਗੇ ਜਿਨ੍ਹਾਂ ਨੇ ਮਤਲਬ ਵੀ ਸਾਰਾ ਕੁਝ ਹੀ ਆਪਣਾ ਵਾਰਤਾ, ਤੇ ਉਹ ਜਦੋਂ ਉਹਨਾਂ ਨੇ ਆਪਦੇ ਪਰਿਵਾਰ ਵਾਸਤੇ ਕੁਝ ਕਰਨਾ ਸੀ, ਉਦੋਂ ਦੇਸ਼ ਵਾਸਤੇ ਜਿੰਦ ਲਿਖੇ ਲਾਤੀ। ਤੇ ਸੋ ਮੈਂ ਇਹੀ ਉਮੀਦ ਕਰਦਾ ਕਿ ਜਿਹੜੇ ਇੰਨੇ ਭਰਾ ਜਿਹੜੇ ਵੀਡੀਓ ਵੇਖ ਰਹੇ ਨੇ, ਇਹਨਾਂ ਦਾ ਮੈਂ ਨੰਬਰ ਵੀ, ਤੁਹਾਡਾ ਨੰਬਰ ਕਿੰਨਾ ਭਾਜੀ? ਆਹ ਨੰਬਰ ਸਹੀ ਹੈ ਜੀ ਇਹ? ਤੇ ਇੰਨਾ ਗੂਗਲ ਪੇ ਵੀ ਚੱਲਦਾ ਇੱਥੇ? ਆਹ ਜੀ ਇੱਕ ਨੰਬਰ ਤੁਸੀਂ ਦੇਖ ਰਹੇ ਹੋ ਜਿਹੜਾ, ਇਹ ਇਹਨਾਂ ਦਾ ਪਰਸਨਲ ਨੰਬਰ ਹੈ ਜੀ, ਤੇ ਇਹਦੇ ਤੋਂ ਤੁਸੀਂ ਗੂਗਲ ਪੇ ਵੀ ਕਰ ਸਕਦੇ ਹੋ। ਜੋ ਵੀ ਭਰਾ ਵੀ ਆਜ਼ਾਦੀ ਦਾ ਹੀ ਮੁੱਲ ਮੋੜ ਗਏ ਆਪਾਂ, ਹੈ ਨਾ, ਤੇ ਇਹਦੇ ਤੁਸੀਂ ਸੰਪਰਕ ਕਰ ਸਕਦੇ ਹੋ। ਮੇਰਾ ਕੋਈ ਵੀ ਇਹ 'ਚ ਲੇਗਾ ਦੇਗਾ ਨਹੀਂ ਹੈਗਾ। ਤੇ ਹੋਰ ਕੋਈ ਤੁਹਾਡਾ ਮਤਲਬ ਵੀ ਕੋਈ ਮਨ ਦੀ ਇੱਛਾ ਕੁਰਸੀ ਨਾ ਕੀ ਚਾਹੁੰਦੇ ਤੁਸੀਂ? ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਮੁੰਡਿਆਂ ਨੂੰ 2 ਨੌਕਰੀਆਂ ਮਿਲ ਜਾਣ ਜੀ। ਹੱਥ ਬੰਨ ਕੇ ਬੇਨਤੀ ਸਾਡੀ ਤਾਂ, ਅਸੀਂ ਜਮਾ ਬੇਰੁਜ਼ਗਾਰ ਹਾਂ ਜੀ। ਅੱਜ ਅਸੀਂ ਰੋਟੀ ਤੇ ਵੀ ਮੁਹਤਾਜ ਹਾਂ ਜੀ। ਬੁਰਾ ਹਾਲ ਹੈ ਸਾਡਾ। ਮੈਂ ਰਹਿਣਾ ਬਿਮਾਰ, ਇੱਥੇ ਦਾ ਕੰਮ ਹੁੰਦਾ ਨਹੀਂ ਹੈਗਾ। ਪਹਿਲਾਂ ਮੈਂ ਦਿਹਾੜੀ ਕਰਦਾ ਰਿਹਾ ਬਹੁਤ ਦਿਹਾੜੀ ਤੌਰ 'ਤੇ। ਹੁਣ ਇਹ ਮਤਲਬ ਇਹ ਇੱਕ ਆ ਬੈਠਾ, ਇੱਕ ਉਹ ਬੈਠਾ, 2 ਬਸ। ਇਹ ਵੀ ਬੇਰੁਜ਼ਗਾਰ ਹੈ ਜੀ। ਮੈਂ ਤਾਂ ਐਂ ਕਹਿਣਾ ਵੀ ਮੇਰੀ ਜਿਹੜੀ ਨੌਕਰੀ ਆਈ ਹੋਈ ਆ 2006 ਦਾ ਐਲਾਨ ਹੋਇਆ ਹੋਇਆ, ਨੌਕਰੀ ਮੇਰੇ ਮੁੰਡੇ ਨੂੰ ਮਿਲ ਜਾਵੇ। ਮੈਂ ਤਾਂ ਇਹੀ ਚਾਹੁੰਦਾ ਜੀ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਡੀ ਤਾਂ ਨੌਕਰੀ ਦਿੱਤੀ ਜਾਵੇ। ਭਗਵੰਤ ਮਾਨ ਨੂੰ ਕਹਿ ਦਿਓ, ਮੈਂ ਧੰਨਵਾਦ ਕਰਦਾ ਭਗਵੰਤ ਮਾਨ ਦਾ। ਕਿਉਂਕਿ ਭਗਵੰਤ ਮਾਨ ਜੀ ਜਦੋਂ ਉਹ ਮਤਲਬ ਵੀ ਕੇਸਰੀ ਪੱਗ ਬਣਦੇ ਨੇ ਬਸੰਤੀ, ਤੇ ਮੈਨੂੰ ਲੱਗਦਾ ਉਹ ਜਿਹੜੇ ਵਾਕਈ ਬਸੰਤੀ ਰੰਗਾਂ ਦੇ ਵਿੱਚ ਰੰਗੇ ਹੋਏ ਸੀ, ਉਹਨਾਂ ਦੀ ਤਾਂ ਕਦਰ ਕਰਨੀ ਚਾਹੀਦੀ ਹੈ। ਹਾਂਜੀ ਬਿਲਕੁਲ ਜੀ, ਸ਼ਹੀਦ ਦੇ ਪਰਿਵਾਰ ਨੂੰ ਸਾਹਮਣਾ ਚਾਹੀਦਾ। ਵੈਸੇ ਉਸਨੂੰ ਆਪੇ ਦੇਖਣਾ ਚਾਹੀਦਾ ਜੀ। ਭੜਕਦੇ ਫਿਰਦੇ ਆਏ 1-2 ਵਾਰੀ ਪਹਿਲਾਂ ਜਦ ਇਹ MP ਬਣਿਆ ਜੀ, ਜਦ ਵੀ ਮੈਂ ਇਸਨੂੰ 1-2 ਵਾਰੀ ਇੱਥੇ ਮੋਰਾਂ ਵਾਲੀ ਅਰਜੀ ਦਿੱਤੀ ਆ। ਇਹ ਕਹਿੰਦਾ ਵੀ ਜਦ ਸਾਡੀ ਸਰਕਾਰ ਨਹੀਂ ਹੈ, ਜਦ 2 ਸਾਲ ਪਹਿਲਾਂ ਜਿੱਤਦੇ ਰਹੇ ਸੰਗਰੂਰ, ਪਹਿਲਾਂ MP ਸੀ ਇਹ। मैंने ਕਿਹਾ ਜੀ ਮਾਂ ਮੇਰੇ ਮੁੰਡੇ ਦੀ ਨੌਕਰੀ ਆਈ ਹੋਈ ਆ ਜੀ। ਕਹਿੰਦਾ ਕੋਈ ਨਾ, ਜਦ ਮੈਂ ਜਿੱਤ ਗਿਆ ਤੁਹਾਡਾ ਪਹਿਲੀ ਧਾਰ ਤੇ ਕਿ ਘਰ ਵਾਲੀ ਕਹਿੰਦੀ ਪਹਿਲੀ ਧਾਰ ਤੇ ਤੇਰੇ ਮੁੰਡੇ ਨੌਕਰੀ ਮੈਂ ਦੇਵਾਂਗੀ। ਉਹ ਕੋਈ ਨੌਕਰੀ ਨਹੀਂ ਮਿਲੀ, 2 ਸਾਲ ਹੋ ਗਏ ਇਸਨੂੰ। ਉਹ ਬਸ ਉਹ ਕੀ ਹੁੰਦਾ ਕਿ ਨਾ ਉਹ ਬਿਜ਼ੀ ਹੋ ਜਾਂਦੇ ਨੇ ਬੰਦੇ, ਹੈ ਨਾ। ਤੇ ਉਹ ਜਿਵੇਂ ਮੈਨੂੰ ਲੱਗਦਾ ਕਿ ਅੱਛੀ ਸਰਕਾਰ ਆਈ ਹੈ ਇਹ ਸਰਕਾਰ ਕਾਫੀ, ਕਿਉਂਕਿ ਜਿਹੜੇ ਮੰਤਰੀਆਂ ਨੂੰ ਕਰਪਟ ਬੰਦੇ ਨੂੰ ਬਾਹਰ ਕੱਢ ਰਹੇ ਨੇ ਤਾਂ ਕੱਢਦੇ ਨਹੀਂ ਸੀ ਕੋਈ, ਹਾਂਜੀ, ਹੈ ਨਾ। ਉਹ ਸੰਗਰੂਰ ਤੋਂ ਸੀਟ ਵੀ ਹਾਰ ਗਏ,
ਜੇ ਉਹਨਾਂ ਨੇ ਮਤਲਬ ਕਰਪਟ ਸੀ ਤਾਂ ਹੀ ਕੱਢਿਆ ਨਾ ਜੀ ਉਹ, ਨਹੀਂ ਤਾਂ ਉਹਨਾਂ ਨੂੰ ਕੀ ਲੋੜ ਸੀ ਸਾਡਾ ਐਮਐਲਏ ਬਣਿਆ ਹੋਇਆ, ਉਹਨਾਂ ਨੇ ਐਮਐਲਏ ਵਾਰੀ ਚੌਧਰ ਵਾਰ ਕੇ ਉਹਨਾਂ ਨੇ ਇਨਸਾਫ ਕੀਤਾ ਨਾ ਜੀ। ਠੀਕ ਹੈ। ਤੇ ਉਹ ਹੈਗਾ ਤੇ ਤੁਹਾਡਾ ਮੈਨੂੰ ਲੱਗਦਾ ਵੀ ਜ਼ਰੂਰ ਕੁਝ ਨਾ ਕੁਝ ਜਿਹੜੇ ਸਾਡੇ ਐਨਆਈਆਰ ਭਰਾ ਠੀਕ ਕਬੱਡੀ ਆ ਬੰਦੇ ਨਰਮਾ, ਜਿਹੜਾ ਮੁੱਖ ਮੰਤਰੀ ਬਣਿਆ ਇਹ ਵੀ ਨਰਮਾ ਜੀ, ਬਹੁਤ ਵਧੀਆ ਭਗਵੰਤ ਮਾਨ ਜੀ। ਮੈਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਸਾਡੇ ਮੁੰਡਿਆਂ ਦਾ ਨੌਕਰੀ ਦੇ ਦਿਓ, ਸਾਨੂੰ ਹੋਰ ਕਾਸੇ ਦੀ ਲੋੜ ਨਹੀਂ ਹੈਗੀ। ਮੈਂ ਬਹੁਤ ਧੰਨਵਾਦ ਕਰਦਾ, ਬਾਕੀ ਤੁਸੀਂ ਕਹਿ ਦੇ ਕਰਾ ਹੀ ਦਿਓਗੇ। ਤੇ ਸੋ ਮੈਂ ਇਹੀ ਕਹੂੰਗਾ ਸਾਰੇ ਐਨਆਈਆਰ ਭਰਾਵਾਂ ਨੂੰ ਕਿ ਤੁਸੀਂ ਕੁਝ ਕਰੋ, ਚਾਹੇ ਉਸ ਗੂਗਲ ਪੇ ਦੇ ਵਿੱਚ ਥੋੜ੍ਹੇ ਪੈਸੇ ਪਾਓ ਤੇ ਆਪਾਂ ਇਸ ਪਰਿਵਾਰ ਨੂੰ ਸੰਭਾਲੀਏ। ਆਹ ਬੱਤੀ ਤੇ ਆਹ ਸਭ ਕੁਝ ਇੱਥੇ ਹੀ ਉਹਨਾਂ ਦਾ ਜਨਮ ਸਥਾਨ ਸੀ, ਇੱਥੇ ਉਹਨਾਂ ਦਾ ਜਨਮ, ਇੱਥੇ ਕਲਕਾਰੀਆਂ ਮਾਰੀਆਂ ਤੇ ਆਹ ਉਹਨਾਂ ਦੀ ਇਹ ਮਤਲਬ ਬਣਾਈ ਹੋਈ ਫੋਟੋ ਕਿ ਰੀਅਲ ਫੋਟੋ ਹੈ ਜੀ? ਬਣਾਈ ਹੋਈ ਹੈ ਫੋਟੋ, ਬਣਾਈ ਹੋਈ ਬਾਰੇ ਫੋਟੋ ਬਣਾਈ ਹੋਈ ਹੈ, ਪੂਰੀ ਹੈ ਬਣੀ ਹੋਈ ਫੋਟੋ। ਓਕੇ ਜੀ, ਹਾਂ ਅਸਲੀ ਫੋਟੋ ਹੈ। ਅੱਛਾ ਅਸਲੀ ਫੋਟੋ ਨੂੰ ਮਤਲਬ ਦੂਜੀ ਕੀਤਾ ਹਾਂ ਨਹੀਂ ਜੀ, ਇੱਕ ਕਲਪਨਾ ਵਾਲਾ ਬਣਾਉਣ ਲੱਗ ਪਏ ਨਾ ਨਾ, ਉਹ ਨਹੀਂ ਹੈਗੀ ਰੀਅਲ ਫੋਟੋ ਹੈ। ਤੇ ਸੋ ਮੈਂ ਹੁਣ ਤੁਹਾਨੂੰ ਇਹ ਇੱਕ ਇੱਥੋਂ ਆਪਾਂ ਚੱਲਦੇ ਹਾਂ ਤੇ ਸੋ ਇਹ ਜਨਮ ਸਥਾਨ ਤੇ ਅਸੀਂ ਆਏ ਸੀ ਤੇ ਤੁਸੀਂ ਸਾਰੇ ਭਰਾ ਕੁਛ ਨਾ ਕੁਛ ਜ਼ਰੂਰ ਕਰਿਆ ਜੀ। ਧੰਨਵਾਦ ਜੀ। ਤੇ ਮੈਂ ਇੱਕ ਬੜੀ ਬੇਨਤੀ ਨਾਲ ਤੇ ਮਾਫੀ ਮੰਗ ਕੇ ਇਹ ਗੱਲ ਕਹਿਣੀ ਪਸੰਦ ਕਰੂੰਗਾ ਕਿ ਸ਼ਾਇਦ ਤੁਹਾਨੂੰ ਬੁਰੀ ਵੀ ਲੱਗੇ ਕਿ ਅਸੀਂ ਸ਼ਹੀਦਾਂ ਦੀਆਂ ਬਰਸੀਆਂ ਮਨਾਉਣ ਵਾਸਤੇ ਲੱਖਾਂ ਰੁਪਏ ਲਾ ਰਹੇ ਹਾਂ ਔਰ ਅਸੀਂ ਸਿੱਧ ਕਰਨਾ ਚਾਹੁੰਦੇ ਕਿ ਸਾਨੂੰ ਉਹ ਯਾਦ ਨੇ, ਪਰ ਉਹਨਾਂ ਦੀ ਵਿਚਾਰਧਾਰਾ ਤੇ ਅਸੀਂ ਕੋਈ ਵੀ ਡੋਲ ਨਹੀਂ। ਔਰ ਇਹ ਪਰਿਵਾਰ ਡੋਲਿਆ ਹੋਇਆ ਰੁਲ ਰਿਹਾ ਇੱਕ ਤਰ੍ਹਾਂ ਦਾ, ਮੈਂ ਰੁਲਣਾ ਹੀ ਕਹੂੰਗਾ ਕਿਉਂਕਿ ਅਸੀਂ ਇੰਨੀਆਂ ਜੌਬਸ ਨੇ ਕਿ ਅਸੀਂ ਮਤਲਬ ਵੀ ਸਾਡਾ ਦੇਸ਼, ਸਾਡੀ ਜਿਹੜੀ ਪੰਜਾਬ ਆ ਕਿ ਉਹ ਇੱਕ ਪਰਿਵਾਰ ਨੂੰ ਪਾਲ ਨਹੀਂ ਸਕਦਾ ਸ਼ਹੀਦਾਂ ਨੂੰ। ਇਸੇ ਤਰ੍ਹਾਂ ਭਗਤ ਸਿੰਘ ਦੇ ਪਰਿਵਾਰ ਦੀ ਵੀ ਸਾਥ ਦੇਣੀ ਚਾਹੀਦੀ, ਕਈ ਪਰਿਵਾਰ ਨੇ ਇਸ ਤਰ੍ਹਾਂ ਜਿਹਨਾਂ ਨੂੰ ਸਾਨੂੰ ਸੰਭਾਲਣਾ ਚਾਹੀਦਾ ਹੈ ਨਾ। ਤੇ ਔਰ ਇਹਨਾਂ ਦੇ ਜਿਹੜੇ ਜਨਮ ਸਥਾਨ ਨੇ ਉਹ ਵੀ ਮਤਲਬ ਵੀ ਸਾਡੇ ਕੋਲ ਖੋਏ ਜਾ ਚੁੱਕੇ ਆ, ਜਿੱਥੇ ਅਸੀਂ ਜਾ ਕੇ ਅਸੀਂ ਵਿਖਾਵਾਂਗੇ। ਜੇ ਕਾਰਲ ਮਾਰਕਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਦਾ ਇੱਕ ਬਹੁਤ ਵੱਡਾ ਬਣਿਆ ਹੋਇਆ ਬੁੱਤ ਔਰ ਉਹਦੀਆਂ ਹੱਥ ਲਿਖਤਾਂ, ਚਲੋ ਬਹੁਤ ਮੈਂ ਧੰਨਵਾਦੀ ਹਾਂ ਸਾਰੀ ਸਰਕਾਰ ਦਾ, ਪੰਜਾਬ ਸਰਕਾਰ ਦਾ, ਕਿ ਉਹਨਾਂ ਨੇ ਆਹ ਬੜਾ ਕੁਛ ਉਹਨਾਂ ਨੇ ਹੈਂਡ ਰਾਈਟਿੰਗ ਸੰਭਾਲੀ ਹੋਈ ਹੈ। ਔਰ ਜਿਹੜੀ ਮੈਂ ਗੱਲ ਕਹਿਣਾ ਚਾਹੂੰਗਾ ਉਹ ਇਹੀ ਸੀਗੀ ਕਿ ਵੀ ਇੱਕ ਸਾਲ ਅਸੀਂ ਜੇ ਸ਼ਹੀਦ ਊਧਮ ਸਿੰਘ ਦਾ ਬਰਸੀ ਦੇ ਪੈਸੇ ਨਾ ਲਾਈਏ ਤੇ ਉਹ ਜਿਹੜੇ ਪੈਸੇ ਉਹ ਇਸ ਪਰਿਵਾਰ ਨੂੰ ਦੇ ਦਿੱਤੇ ਜਾਣ ਤੇ ਸ਼ਾਇਦ ਇਹ ਇੱਕ ਚੰਗੀ ਤੇ ਇੱਜ਼ਤਦਾਰ ਜ਼ਿੰਦਗੀ ਜਿਉ ਸਕਣ। ਸੋ ਗੈਰਤਮੰਦ ਲੋਕ ਨੇ, ਮੰਗਣਾ ਇਹਨਾਂ ਨੂੰ ਆਉਂਦਾ ਨਹੀਂ ਤੇ ਕੰਮ ਇਹਨਾਂ ਨੂੰ ਕਰਨਾ ਪੈਂਦਾ। ਤੇ ਸੋ ਜਿਹੜਾ ਕੁਛ ਸ਼ਹੀਦ ਊਧਮ ਸਿੰਘ ਨੇ ਜਾਂ ਇੱਕ ਬਾਪ ਜਾਂ ਇੱਕ ਭਰਾ ਇੱਕ ਪਰਿਵਾਰ ਵਾਸਤੇ ਕਰਦਾ ਹੈ ਤੇ ਜੇ ਉਹਨਾਂ ਨੇ ਨਹੀਂ ਕੀਤਾ ਤੇ ਅਸੀਂ ਤਾਂ ਕਰ ਗਏ ਨਾ ਯਾਰ, ਮਤਲਬ ਕਿ ਸਾਨੂੰ। ਤੇ ਮੈਂ ਇਹੀ ਬੇਨਤੀ ਕਰੂੰਗਾ, ਇੱਕ ਨੰਬਰ ਤੁਸੀਂ ਦੇਖ ਰਹੇ ਹੋ ਉਹਦੇ 'ਤੇ ਤੁਸੀਂ 10, 20, 30, 40, 50 ਆਪ ਵੀ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਿ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੇ ਤਾਂ ਜੋ ਇਹ ਆਵਾਜ਼ ਲੋਕਾਂ ਤੱਕ ਪਹੁੰਚ ਸਕੇ ਔਰ ਇਹਨਾਂ ਨੂੰ ਜੋਬ ਮਿਲ ਸਕੇ ਔਰ ਇਹਨਾਂ ਦੀ ਆਪਾਂ ਬਾਂਹ ਫੜੀਏ, ਹੈ ਨਾ। ਸੋ ਮੈਂ ਇਹਦੇ ਨਾਲ ਧੰਨਵਾਦ ਕਰਦਾ ਤੁਹਾਡਾ ਸਭ ਦਾ। ਥੈਂਕ ਯੂ।